ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀ, ਅੱਜ ਅਸੀਂ ਆਪ ਜੀ ਦੇ ਨਾਲ ਇਹ ਜੋ ਪੁਸਤਕ ਹੈ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਪੁਸਤਕ ਛਾਪੀ ਗਈ ਹੈ। ਪ੍ਰਿੰਸੀਪਲ ਸਤਬੀਰ ਸਿੰਘ ਜੀ ਦੀ ਇਹ ਪੁਸਤਕ ਹੈ ਔਰ ਦਾਸ ਨੇ ਚਾਹਿਆ ਕਿ ਆਪ ਜੀ ਦੇ ਨਾਲ ਇਹ ਪੁਸਤਕ ਸਾਂਝੀ ਕੀਤੀ ਜਾਵੇ। ਸੋ ਧਿਆਨ ਦੇਣਾ, ਬਹੁਤ ਹੀ ਲਾਹੇਵੰਦ, ਬਹੁਤ ਹੀ ਸਾਨੂੰ ਜੀਣ ਦਾ ਸਲੀਕਾ ਇਸ ਪੁਸਤਕ ਵਿੱਚੋਂ ਮਿਲੇਗਾ। ਆਓ ਸਾਰੇ ਆਪਾਂ ਸਰਵਣ ਕਰਨ ਦਾ ਯਤਨ ਕਰੀਏ। ਇਸ ਪੁਸਤਕ ਦਾ ਨਾਮ ਹੈ ਵਾਕ ਵਿਸ਼ਵਾਸ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵਾਕ ਲੈਣਾ ਤੇ ਹੁਕਮ ਸੁਣਨਾ ਕੋਈ ਕਿਸੇ ਕਰਮਕਾਂਡ ਜਾਂ ਰੀਤ ਰਸਮ ਦਾ ਹਿੱਸਾ ਨਹੀਂ ਹੈ। ਇਹ ਤਾਂ ਸਾਨੂੰ ਸੱਚੇ ਪਾਤਸ਼ਾਹ ਦਾ ਹੁਕਮ ਹੁੰਦਾ ਹੈ, ਜੋ ਸੰਤ ਨੇ ਸਿਪਾਹੀ ਵਾਂਗ ਨਿਭਾਉਣਾ ਹੁੰਦਾ ਹੈ। ਕਨਿੰਗਮ ਨੇ ਠੀਕ ਕਿਹਾ ਸੀ ਕਿ ਸਿੱਖਾਂ ਨੂੰ ਕਿਸੇ ਦੁਨਿਆਵੀ ਆਗੂ ਦੀ ਲੋੜ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਇਹਨਾਂ ਨੂੰ ਜਾਗਤਾ ਦੇਵ, ਲਿਵਿੰਗ ਡਿਵਾਈਨ ਮਿਲ ਗਿਆ ਹੈ। ਸਿੱਖਾਂ ਵਿੱਚ ਜੇ ਕਦੇ ਦੁਬਦਾ, ਦੁਚਿੱਤਾਪਣ, ਨਿੰਮੋ ਝੂਣ ਜਾਂ ਮਾਯੂਸੀ ਆਈ, ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕ ਨੇ ਨਿਰਣਾ ਕਰ ਦਿੱਤਾ। ਪ੍ਰਾਚੀਨ ਪੰਥ ਪ੍ਰਕਾਸ਼ ਦਾ ਕਹਿਣਾ ਹੈ ਕਿ ਸਿੱਖ ਤਾਂ ਕਹਿੰਦੇ ਹੀ ਇਹ ਸਨ, ਦਈ ਗੁਰੂ ਗ੍ਰੰਥ ਆਵਾਜ਼, ਸੋ ਕਰੈ ਗੋ ਹਮਰੇ ਕਾਜ। ਗੁਰੂ ਅਰਜਨ ਦੇਵ ਜੀ ਨੇ ਜਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੰਨਣ ਦਾ ਚਿੱਤ ਧਰਿਆ, ਤਾਂ ਉਸ ਵੇਲੇ ਦੀ ਸਾਡੇ ਪਾਸ ਇਹ ਗਵਾਹੀ ਹੈ ਕਿ ਉਹਨਾਂ ਇਹ ਹੀ ਸੋਚਿਆ ਕਿ ਪੰਥ ਨੂੰ ਸਦਾ ਅਗਵਾਈ ਮਿਲਦੀ ਰਹੇ, ਇਸ ਲਈ ਗ੍ਰੰਥ ਰਚਿਆ ਜਾਏ। ਮਹਿਮਾ ਪ੍ਰਕਾਸ਼ ਦੇ ਸ਼ਬਦ ਹਨ, ਏਕ ਦਿਵਸ ਪ੍ਰਭ ਪ੍ਰਾਤਹਿ ਕਾਲ, ਦਇਆ ਭਰੇ ਪ੍ਰਭ ਦੀਨ ਦਿਆਲ, ਯਹ ਮਨ ਉਪਜੀ ਪ੍ਰਗਟਿਓ ਜਗ ਪੰਥ, ਤੇ ਕਾਰਨ ਕੀਜੈ ਅਬ ਗ੍ਰੰਥ। ਜਦ ਬੀੜ ਦੀ ਜਿਲਦ ਤਿਆਰ ਹੋ ਗਈ ਤਾਂ ਰਾਮਸਰ ਲੈ ਆਏ। ਆਪ ਜੀ ਨੇ ਬਾਬਾ ਬੁੱਢਾ ਜੀ ਕੋਲੋਂ ਪੁੱਛਿਆ ਕਿ ਇਸ ਦਾ ਪ੍ਰਕਾਸ਼ ਕਿੱਥੇ ਕਰੀਏ, ਤਾਂ ਨਿਮਰਤਾ ਦੇ ਪੁੰਜ ਬਾਬਾ ਜੀ ਨੇ ਕਹਿਆ, ਆਪ ਜੀ ਤੋਂ ਕੌਣ ਸਿਆਣਾ ਹੈ, ਪਰ ਮਹਾਰਾਜ ਸਾਡੀ ਨਾਚੀਜ ਰਾਏ ਹੈ, ਸ੍ਰੀ ਗ੍ਰੰਥ ਲਾਇਕ ਦਰਬਾਰਾ, ਔਰ ਅਸਥਾਨ ਨਾ ਕੋਈ ਮੁਰਾਰਾ। ਦਰਬਾਰ ਸਾਹਿਬ ਤੋਂ ਸਿਵਾ ਕੋਈ ਹੋਰ ਥਾਂ ਜੱਚਦੀ ਨਹੀਂ। ਮਹਾਰਾਜ ਨੇ ਵੀ ਕਿਹਾ, ਸਮ ਜਹਾਜ਼ ਬਨ ਹੈ ਦਰਬਾਰ। ਇਹ ਦਰਬਾਰ ਸਾਹਿਬ ਜਹਾਜ਼ ਨਿਆਈ ਹੈ ਅਤੇ ਖੇਵਟ ਦੀ ਲੋੜ ਹੈ, ਤੇ ਇਹ ਖੇਵਟ ਗੁਰੂ ਸ਼ਬਦ ਤੋਂ ਸਿਵਾ ਹੋਰ ਕੋਈ ਨਹੀਂ। ਸੋ ਨਿਰਣਾ ਲੈ ਲਿਆ ਕਿ ਪ੍ਰਕਾਸ਼ ਉੱਥੇ ਹੀ ਕਰਨਾ ਹੈ। ਰਾਮਸਰ ਉਸ ਰਾਤ ਆਪ ਜੀ ਤੇ ਸੰਗਤਾਂ ਭੁੰਜੇ ਹੀ ਸੁੱਤੀਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਜੀ ਤੇ ਵਿਸਰਾਮ ਕਰਾਇਆ। ਗੁਰਬਿਲਾਸ ਪਾਤਸ਼ਾਹੀ 6ਵੀਂ ਅਧਿਆਏ 5ਵਾਂ ਦੇ ਬੋਲ ਹਨ, ਭੂਮ ਸੈਨ ਸਭ ਤਹਾਂ ਬਿਰਾਜੇ, ਗੁਰੂ ਗ੍ਰੰਥ ਮੰਜੀ ਪਰ ਰਾਜੇ। ਗੁਰਬਿਲਾਸ ਵਿੱਚ ਹੀ ਲਿਖਿਆ ਹੈ ਕਿ ਸਭ ਸੌਂ ਗਏ, ਪਰ ਗੁਰੂ ਜੀ ਜਾਗ ਰਹੇ ਸਨ। ਉਹਨਾਂ ਦੀ ਸੋਚ ਦਾ ਧੁਰਾ ਸੀ ਕਿ ਗ੍ਰੰਥੀ ਸੇਵਾਦਾਰ ਗੁਰੂ ਗ੍ਰੰਥ ਸਾਹਿਬ ਦਾ ਕਿਸ ਨੂੰ ਥਾਪੀਏ। ਭਾਈ ਗੁਰਦਾਸ ਜੀ ਨੇ ਬਾਣੀ ਲਿਖੀ ਹੈ, ਬਾਬਾ ਬੁੱਢਾ ਜੀ ਵੀ ਹੈ, ਨਿਜ ਨਿਜ ਆਸਨ ਸਭ ਹੀ ਬੈਠੇ, ਦਇਆ ਸਿੰਧ ਮਨ ਐਸੀ ਪੈਂਠੇ, ਨਿਜ ਮਨ ਇਹੋ ਵਿਚਾਰਤ ਭਏ, ਗੁਰੂ ਗ੍ਰੰਥ ਸੇਵਕ ਕਿਹ ਕਹੇ। ਆਪ ਜੀ ਨੇ ਨਿਰਣਾ ਲੈ ਲਿਆ ਕਿ ਬਾਬਾ ਬੁੱਢਾ ਸਾਹਿਬ ਜੀ ਸਭ ਤੋਂ ਢੁਕਵੇਂ ਹਨ। ਚਾਰ ਗੁਰ ਸੇਵਾ ਕਰੀ ਪਾਇਓ ਪਰਮ ਨਿਧਾਨ, ਸੇਵਕ ਕੀ ਇਹੋ ਬਸਤ ਹੈ, ਸ੍ਰੀ ਮੁਖ ਕੀਓ ਬਖਾਨ। ਸਵੇਰੇ ਬੀੜ ਦੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਨੂੰ ਸੌਂਪੀ।
ਉਹਨਾਂ ਨੇ ਸਿਰ ਤੇ ਰੱਖੀ ਤੇ ਆਪੂ ਚੌਰ ਕਰਦੇ ਸ੍ਰੀ ਦਰਬਾਰ ਸਾਹਿਬ ਲੈ ਆਏ ਤੇ ਪ੍ਰਕਾਸ਼ ਕੀਤਾ। ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਵਾਕ ਲੈਣ ਲਈ ਕਿਹਾ ਤੇ ਵਾਕ ਸੂਹੀ ਮਹੱਲਾ ਪੰਜਵਾ ਦਾ ਸੀ, ਜਿਸ ਦੀਆਂ ਪਹਿਲੀਆਂ ਪੰਕਤੀਆਂ ਇਹ ਸਨ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸਾਨੂੰ ਸੋਧ ਹੁਣ ਗੁਰੂ ਗ੍ਰੰਥ ਸਾਹਿਬ ਤੋਂ ਮਿਲ ਰਹੀ ਸੀ। ਸਾਨੂੰ ਸੇਧ ਹੁਣ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲ ਰਹੀ ਸੀ। ਜਦ ਦਮਦਮਾ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਰੱਖ ਕੇ ਕਲਗੀਧਰ ਨੰਦੇੜ ਨੂੰ ਰਵਾਨਾ ਹੋਣ ਲੱਗੇ ਤਾਂ ਵਾਕ ਟੋਡੀ ਮਹੱਲਾ ਪੰਜਵਾਂ ਦਾ ਸੀ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ। ਚਿੰਤਾ ਲਾਹੇ ਹਮਾਰੀ। ਦਮਦਮਾ ਸਾਹਿਬ ਤੋਂ ਦਸ਼ਮੇਸ਼ ਪਿਤਾ 30 ਅਕਤੂਬਰ 1606 ਨੂੰ ਤੁਰੇ ਸਨ। ਨੰਦੇੜ ਸਾਹਿਬ ਵਿਖੇ ਜਦ ਗੁਰੂ ਗੋਬਿੰਦ ਸਿੰਘ ਜੀ ਨੇ 5 ਪੈਸੇ ਨਲੀਏਰ ਭੇਟ ਰੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਹੁਕਮ ਕੀਤਾ, ਮੇਰੀ ਜਗਹ ਗ੍ਰੰਥ ਸਾਹਿਬ ਕੋ ਜਾਣਨਾ, ਜੋ ਸਿੱਖ ਜਾਣੇਗਾ ਤਿਸਕੀ ਘਾਲ ਥਾਏ ਪਏਗੀ। ਉਸ ਸਮੇਂ ਜਦ ਵਾਕ ਲਿਆ ਗਿਆ ਤਾਂ ਹੁਕਮ ਆਇਆ, ਮਾਰੂ ਮਹੱਲਾ ਪੰਜਵਾ। ਖੁੱਲਿਆ ਕਰਮ ਕਿਰਪਾ ਬਹੀ ਠਾਕੁਰ, ਕੀਰਤਨ ਹਰ ਹਰ ਗਾਈ। ਸ਼ਰਮ ਥਾਕਾ ਪਾਏ ਬਿਸਰਾਮਾ, ਮਿਟ ਗਈ ਸਗਲੀ ਧਾਈ। ਇਸੇ ਸ਼ਬਦ ਦੀਆਂ ਅਗਲੀਆਂ ਤੁਕਾਂ ਸਨ। ਸਦ ਹਜੂਰ ਹਾਜ਼ਰ ਹੈ ਨਾਜ਼ਰ, ਕਤਹਿ ਨ ਭਇਓ ਦੁਰਾਈ। ਇਹ ਹੁਕਮਨਾਮਾ ਪਾਵਨ ਅੰਗ 1000 ਤੋਂ ਆਇਆ ਸੀ। ਹਰ ਸਮੇਂ ਹਾਜ਼ਰ ਤੇ ਨਾਜ਼ਰ ਗੁਰੂ ਗ੍ਰੰਥ ਸਾਹਿਬ ਸਾਨੂੰ ਮਿਲ ਗਿਆ ਸੀ। ਫਿਰ ਵਿਖੜੇ ਸਮੇਂ ਆਏ, ਗੁਰ ਸ਼ਬਦ ਨੇ ਹੀ ਸਾਡੀ ਅਗਵਾਈ ਕੀਤੀ। ਭਾਈ ਤਾਰਾ ਸਿੰਘ ਵਾਲਿਆਂ ਨੂੰ ਲਾਹੌਰ ਤੋਂ ਖਬਰ ਪੁੱਜ ਗਈ ਕਿ ਜ਼ਕਰੀਆ ਖਾਨ ਆਪਣੇ ਚੋਣਵੇਂ ਜਰਨੈਲ ਮੋਮਨ ਖਾਨ ਨੂੰ 2200 ਸਵਾਰ, 40 ਜੰਬੂਰੇ, 4 ਰਹਿਕਲੇ ਤੇ 5 ਹਾਥੀ ਦੇ ਕੇ ਹਮਲਾ ਕਰਨ ਲਈ ਭੇਜਿਆ ਹੈ। ਸਲਾਹਾਂ ਹੋਣ ਲੱਗੀਆਂ ਤਾਂ ਕੁਝ ਨੇ ਕਿਹਾ ਕਿ ਜ਼ਕਰੀਆ ਖਾਨ ਦਾ ਨਵਾਂ ਜੋਸ਼ ਹੈ, ਸੋ ਸਿਆਣਪ ਸਮਾਂ ਟਪਾਉਣ ਵਿੱਚ ਹੈ। ਮਾਲਵੇ ਵੱਲ ਉੱਠ ਚੱਲੋ ਤੇ ਜਦੋਂ ਫੌਜ ਪੁੱਜੇਗੀ ਵਾੜਾ ਖਾਲੀ ਦੇਖ ਕੇ ਮੁੜ ਜਾਏਗੀ। ਸਭ ਦੀ ਸਲਾਹ ਕੂਚ ਕਰਨ ਦੀ ਬਣੀ, ਪਰ ਸਰਦਾਰ ਤਾਰਾ ਸਿੰਘ ਜੀ ਨੇ ਕਿਹਾ ਕਿ ਤੁਰਨ ਤੋਂ ਪਹਿਲਾਂ ਵਾਕ ਤਾਂ ਲੈ ਲਈਏ। ਗੁਰੂ ਗ੍ਰੰਥ ਸਾਹਿਬ ਤਾਂ ਪਾਸ ਨਹੀਂ ਸੀ, ਪਰ 10 ਗ੍ਰੰਥੀ ਜੋ ਕਮਰ ਕੱਸੇ ਨਾਲ ਸੀ, ਖੋਲ ਜਦ ਵਾਕ ਲਿਆ ਤਾਂ ਹੁਕਮ 10ਵੇਂ ਪਾਤਸ਼ਾਹ ਦਾ ਆਇਆ, ਜੋ ਕਹੂੰ ਕਾਲ ਤੇ ਭਾਜ ਤੇ ਬਾਚੀਅਤ, ਤੋ ਕਿਹ ਕੁੰਟ ਕਹਿਓ ਭਜ ਜਈ ਹੈ। ਆਗੇ ਹੂੰ ਕਾਲ ਧਰੋ ਅਸ ਗਾਜਤ, ਸਾਜਤ ਹੈ ਜਿਹ ਤੇ ਨਸ ਆਈ ਹੈ। ਐਸੋ ਨਾ ਕਹਿ ਗਇਓ ਕੋਈ ਸੋਦਾਵਰੇ, ਜਾਹੇ ਉਪਾਵ ਸੋ ਘਾਵ ਬਚਈਐ। ਜਾਤੇ ਨਾ ਛੂਟੀਐ ਮੂੜ ਕਹੂ, ਹਸ ਤਾਕੀ ਨਾ ਕਿਉ ਸਰਨਾਗਤ ਜਈਐ। ਭਾਈ ਤਾਰਾ ਸਿੰਘ ਨੇ ਕਿਹਾ ਕਿ ਹੁਕਮ ਸ਼ਹੀਦੀਆਂ ਦਾ ਹੋ ਗਿਆ ਹੈ, ਜਾਨ ਪਿਆਰੀ ਕਰਨਾ ਸੋਭਦਾ ਨਹੀਂ। ਜਿਸ ਨੇ ਮਾਲਵੇ ਵੱਲ ਜਾਣਾ ਹੈ ਬੇਸ਼ੱਕ ਜਾਏ, ਸਾਨੂੰ ਤਾਂ ਹੁਕਮ ਇੱਥੇ ਲੜ ਸ਼ਹੀਦ ਹੋਣ ਦਾ ਹੋਇਆ ਹੈ। ਜਿਨ ਹੋਣਾ ਹੈ ਇਹਾਂ ਸ਼ਹੀਦ, ਰਹਿ ਸੋ ਔਰ ਜਾਹੁ ਵਰੀਦ। ਜਿਨ ਹੋਣਾ ਹੈ ਇਹਾਂ ਸ਼ਹੀਦ, ਰਹੇ ਸੋ ਔਰ ਜਾਹੁ ਵਗੀਦ। ਪ੍ਰਾਚੀਨ ਪੰਥ ਪ੍ਰਕਾਸ਼ ਦੇ ਬੋਲ। ਬਾਕੀ ਤਾਂ ਸਾਰੇ ਤੁਰ ਗਏ। 18 ਸਿੰਘ ਭਾਈ ਜੀ ਨਾਲ ਰਹੇ ਤੇ ਜੂਝ ਕੇ ਸ਼ਹੀਦੀਆਂ ਪਾਈਆਂ।
ਸ਼ਹੀਦ ਹੋਣ ਵੇਲੇ ਭਾਈ ਜੀ ਇਹ ਹੀ ਕਹਿੰਦੇ ਰਹੇ, ਦੇਹ ਪਵਿੱਤਰ ਹੋਏ ਸ਼ਸਤਰ ਲਗਾਏ। ਐਸਾ ਹੀ ਇੱਕ ਹੋਰ ਸਮਾਂ ਨਿਰਣਾ ਲੈਣ ਦਾ ਆਇਆ, ਜਦ 10 ਅਪ੍ਰੈਲ 1763 ਨੂੰ ਸ੍ਰੀ ਅੰਮ੍ਰਿਤਸਰ ਵਿਸਾਖੀ ਦੇ ਮੌਕੇ ਕਸੂਰ ਦੇ ਬਾਹਮਣ ਨੇ ਆ ਕੇ ਫਰਿਆਦ ਕੀਤੀ ਕਿ ਉਸਮਾਨ ਖਾਨ ਕੋਈ ਸੱਜ ਵਿਆਹੀ ਲੜਕੀ ਨਹੀਂ ਛੱਡਦਾ ਤੇ ਉਸ ਦੀ ਪਤਨੀ ਨੂੰ ਜ਼ਬਰਦਸਤੀ ਹਰਮ ਪਾਈ ਬੈਠਾ ਹੈ। ਉਸ ਦੀ ਫਰਿਆਦ ਦੇ ਸ਼ਬਦ ਸਨ, ਜਹ ਦਰਬਾਰ ਛੋੜ ਔਰ ਕਤ ਜਾਊਂ, ਦਿਸੈ ਨ ਠੌਰ ਜਹ ਅਦਾਲਤ ਪਾਊਂ। ਸਿੰਘ ਵਿਚਾਰੀ ਪੈ ਗਏ, ਨਵਾਬ ਕਪੂਰ ਸਿੰਘ ਪਾਸ ਭਾਰੀ ਫੌਜ ਹੈ, ਕਿਲੇ ਵੀ 12 ਹਨ, ਕੁਝ ਚਿਰ ਹੋਰ ਉਡੀਕਣਾ ਚਾਹੀਦਾ ਹੈ। ਭਾਈ ਹਰੀ ਸਿੰਘ ਜੀ ਭੰਗੀ ਹੱਠ ਕਰ ਰਹੇ ਸਨ ਕਿ ਹੁਣੇ ਚੜ੍ਹਾਈ ਕਰੋ। ਇੱਥੋਂ ਤੱਕ ਉਹਨਾਂ ਕਹਿ ਦਿੱਤਾ, ਤੁਮ ਚਲੋ ਕੋ ਨਾ ਚਲੋ, ਹਮ ਤੋ ਚਲੇ ਹਾਂ ਜ਼ਰੂਰ। ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਨੇ ਕਿਹਾ ਕਿ ਜੋਸ਼ ਤੁਹਾਡਾ ਬਿਲਕੁਲ ਜਾਇਜ਼ ਹੈ। ਹੁਕਮ ਦਰਬਾਰ ਸਾਹਿਬ ਤੋਂ ਲੈਂਦੇ ਹਾਂ, ਜੋ ਆਵੇ ਸਭ ਅਮਲ ਕਰੀਏ। ਸਭ ਸਰਦਾਰ ਦਰਬਾਰ ਸਾਹਿਬ ਪੁੱਜੇ, ਅਰਦਾਸ ਕੀਤੀ। ਅਰਦਾਸ ਦੇ ਸ਼ਬਦ ਸਨ, ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ। ਜਦ ਗੁਰੂ ਗ੍ਰੰਥ ਸਾਹਿਬ ਤੋਂ ਵਾਕ ਲਿਆ ਤਾਂ ਹੁਕਮ ਸੀ, ਪੰਜੇ ਬੱਦੇ ਮਹਾਬਲੇ, ਕਰ ਸੱਚਾ ਢੋਆ। ਆਪਣੀ ਚਰਨ ਜਪਾਇਨ, ਵਿੱਚ ਦਈਓ ਖੜੋਆ। ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਿਰੋਆ। ਖਾਲਸੇ ਨੇ ਜਕਾਰੇ ਛੱਡੇ, 10,000 ਸਿੰਘ ਤਿਆਰ ਹੋ ਗਏ। ਇਹ ਵਿਸ਼ਵਾਸ ਸੀ, ਦਈ ਗ੍ਰੰਥ ਆਵਾਜ਼ ਸੋ ਕਰੈ ਗੋ ਹਮਰੈ ਕਾਜ। ਠੀਕ ਗੱਲ ਤਾਂ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਨੀਂਹ ਗੁਰਵਾਕ ਤੇ ਰੱਖੀ ਗਈ ਹੈ। ਇਹ ਕੋਈ ਕਰਾਮਾਤ ਤੋਂ ਘੱਟ ਨਹੀਂ ਕਿ ਗੁਰਦੁਆਰਾ ਸੁਧਾਰ ਲਹਿਰ ਦੇ ਦੌਰਾਨ ਗੁਰੂ ਵਾਕ ਅਗਵਾਈ ਬਖਸ਼ਦਾ ਰਿਹਾ। ਜਦੋਂ ਵੀ ਕਿਸੇ ਭਿਆਨਕ ਔਕੜ ਵੇਲੇ ਇੱਕ ਮਨ ਚਿੱਤ ਹੋ ਕੇ ਅਰਦਾਸਾ ਕੀਤਾ, ਗੁਰੂ ਗ੍ਰੰਥ ਸਾਹਿਬ ਨੇ ਪ੍ਰਤੱਖ ਅਗਵਾਈ ਕੀਤੀ ਹੈ। ਪਹਿਲੀ ਅਗਵਾਈ ਗੁਰੂ ਜੀ ਨੇ ਇਸ ਤਰ੍ਹਾਂ ਬਖਸ਼ੀ, 12 ਅਕਤੂਬਰ 1920 ਨੂੰ ਕੁਝ ਨਵੇਂ ਸੱਜੇ ਸਿੰਘ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਭੇਟਾ ਕਰਨ ਆਏ। ਭਾਈ ਗੁਰਬਚਨ ਸਿੰਘ ਨੇ ਨਾਂ ਦੇ ਗ੍ਰੰਥੀ ਮਹਾਰਾਜ ਦੀ ਤਾਬਿਆ ਬੈਠੇ ਸਨ। ਪੁਜਾਰੀਆਂ ਦੇ ਹੱਠ ਕੀਤਾ ਕਿ ਇਹਨਾਂ ਨਵੇਂ ਸੱਜੇ ਸਿੰਘਾਂ ਨੂੰ ਅਰਦਾਸਾ ਨਹੀਂ ਕਰਨਾ, ਕਿਉਂਕਿ ਉਹਨਾਂ ਪੁਜਾਰੀਆਂ ਦੀ ਨਜ਼ਰ ਵਿੱਚ ਇਹ ਅਖੌਤੀ ਅਛੂਤ ਸਨ। ਕੁਝ ਉੱਚੇ ਨੀਵੇਂ ਬੋਲ ਵੀ ਬੋਲੇ, ਪਰ ਅਖੀਰ ਇਹ ਫੈਸਲਾ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਿਆ ਜਾਏ। ਜੋ ਹੁਕਮ ਆਵੇ ਉਸ ਤੇ ਅਮਲ ਕੀਤਾ ਜਾਵੇ। ਇਸ ਤਜਵੀਜ਼ ਨਾਲ ਪੁਜਾਰੀ ਤੇ ਸੰਗਤਾਂ ਸਹਿਮਤ ਹੋ ਗਈਆਂ। ਵਾਕ ਲਿਆ ਗਿਆ ਤਾਂ ਵਾਕ ਇਹ ਸੀ, ਸੋਰਠ ਮਹੱਲਾ ਤੀਜਾ ਦੁਤੁਕੀ, ਨਿਗੁਣਿਆ ਨੂੰ ਆਪੇ ਬਖਸ਼ ਲਏ ਪਾਈ, ਸਤਿਗੁਰ ਕੀ ਸੇਵਾ ਲਾਏ। ਸਤਿਗੁਰ ਕੀ ਸੇਵਾ ਊਤਮ ਹੈ ਪਾਈ, RAM ਨਾਮ ਚਿਤ ਲਾਏ। ਹਰ ਜੀਉ ਆਪੇ ਬਖਸ਼ ਮਿਲਾਏ, ਗੁਣਹੀਨ ਹਮ ਅਪਰਾਧੀ ਪਾਈ, ਪੂਰੇ ਸਤਿਗੁਰ ਲੈ ਰਲਾਏ। ਰਹਾਉ ਕੌਣ ਕੌਣ ਅਪਰਾਧੀ ਬਖਸ਼ਿਅਨ ਪਿਆਰੇ, ਸਾਚੈ ਸ਼ਬਦ ਵਿਚਾਰ, ਭੋਜਲ ਪਾਰ ਉਤਾਰਿਅਨ ਪਾਈ, ਸਤਿਗੁਰ ਬੇੜੈ ਚਾੜ। ਇਹ ਪਾਵਨ ਅੰਗ 638 ਤੋਂ ਇਹ ਵਾਕ ਆਇਆ। ਇਹ ਸ਼ਬਦ ਸੁਣਦੇ ਸਾਰ ਸਭ ਦੇ ਦਿਲ ਦਰਵ ਗਏ, ਸਭ ਦੇ ਨੇਤਰਾਂ ਵਿੱਚੋਂ ਜਲ ਵਹਿ ਤੁਰਿਆ।
ਅਰਦਾਸਾ ਸੋਧ ਕੇ ਕੜਾਹ ਪ੍ਰਸ਼ਾਦ ਦੀ ਦੇਗ ਸੰਗਤ ਵਿੱਚ ਵਰਤਾ ਦਿੱਤੀ ਗਈ। ਇਸ ਪਿੱਛੋਂ ਹੀ 15 ਨਵੰਬਰ 1920 ਨੂੰ ਸ੍ਰੀ ਅਕਾਲ ਤਖਤ ਸਾਹਿਬ ਪੰਥ ਦਾ ਇਕੱਠ ਹੋਇਆ। 175 ਸਿੱਖਾਂ ਦਾ 175 ਸਿੱਖਾਂ ਦੀ ਇੱਕ ਪ੍ਰਤੀਨਿਧ ਕਮੇਟੀ ਚੁਣੀ ਗਈ, ਜਿਸ ਦਾ ਨਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ। ਪੂਰੇ 1 ਮਹੀਨੇ ਬਾਅਦ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਕਾਇਮ ਕੀਤਾ ਗਿਆ, ਜੋ ਮੈਂਬਰਾਂ ਤੇ ਇੱਕ ਅੰਕੁਸ਼ ਸਮਾਨ ਸੀ। ਜਦ ਨਨਕਾਣਾ ਸਾਹਿਬ ਨੂੰ ਪੁਜਾਰੀਆਂ ਹੱਥੋਂ ਆਜ਼ਾਦ ਕਰਾਉਣ ਲਈ ਜਥਾ ਭਾਈ ਲਛਮਣ ਸਿੰਘ ਜੀ ਦੀ ਅਗਵਾਈ ਹੇਠ ਧਾਰੋਵਾਲੀ ਤੋਂ ਤੁਰਨ ਲੱਗਾ ਤਾਂ ਵਾਕ ਲਿਆ ਤਾਂ ਹੁਕਮ ਸੀ, ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ, ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਬਹਿ ਆਪ ਵਿਚਾਈ, ਦਰਸ਼ਨ ਹਰ ਦੇਖਣ ਕੈ ਤਾਈ। ਕਿਰਪਾ ਕਰਹਿ ਤਾਂ ਸਤਿਗੁਰ ਮਿਲੈ, ਹਰ ਹਰ ਨਾਮ ਧਿਆਈ ਰਹਾਉ। ਜੇ ਸੁਖ ਦੇਹ ਤਾਂ ਤੁਝੈ ਅਰਾਧੀ, ਦੁਖ ਪੀ ਤੁਝੈ ਧਿਆਈ। ਜੇ ਭੁਖ ਦੇਹ ਤਾਂ ਇਤ ਹੀ ਰਾਜਾ, ਦੁਖ ਵਿੱਚ ਸੂਖ ਮਨਾਈ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਇਹ ਪਾਵਨ ਹੁਕਮ ਪਾਵਨ ਅੰਗ 757 ਤੋਂ ਆਇਆ। ਇਥੋਂ ਜਥਾ ਤੁਰ ਕੇ ਰਾਤ ਨੂੰ ਨਿਜਾਮਪੁਰ ਦੇਵਾ ਸਿੰਘ ਵਾਲੇ ਗੁਰਦੁਆਰੇ ਵਿੱਚ ਪੁੱਜਾ। ਉਥੋਂ ਤੁਰਨ ਵੇਲੇ ਭਾਈ ਈਸ਼ਰ ਸਿੰਘ ਜੀ ਬਹੋੜੂ ਵਾਲਿਆਂ ਨੇ ਮਹਾਰਾਜ ਦਾ ਪਵਿੱਤਰ ਵਾਕ ਲਿਆ, ਤਾਂ ਫਿਰ ਵੀ ਵਾਕ ਉਹੀ ਹੀ ਆਇਆ ਜਿਸ ਵਿੱਚ ਉੱਭਰਦੀ ਸੁਰ ਸੀ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਇਹ ਅੱਖਰ ਅੱਖਰ ਠੀਕ ਸਾਬਤ ਹੋਇਆ। ਜਦ ਸਿੰਘ ਨਨਕਾਣਾ ਸਾਹਿਬ ਸ਼ਹੀਦੀਆਂ ਪਾ ਗਏ ਤਾਂ ਚੌਥੇ ਦਿਨ 23 ਫਰਵਰੀ ਨੂੰ ਸਭ ਸ਼ਹੀਦ ਸਿੰਘਾਂ ਦੀਆਂ ਦੇਹਾਂ ਨੂੰ ਇਕੱਠਾ ਕਰ ਸੰਸਕਾਰ ਕੀਤਾ। ਸ਼ਹੀਦਾਂ ਦੀਆਂ ਜਲਦੀਆਂ ਲੋਥਾਂ ਦੀ ਪਵਿੱਤਰ ਰੋਸ਼ਨੀ ਵਿੱਚ ਗੁਰਮਤੇ ਕੀਤੇ ਗਏ ਤੇ ਫਿਰ ਸ਼ਹੀਦੀ ਬੀੜ ਤੋਂ ਇਸੇ ਲੋ ਵਿੱਚ ਭਾਈ ਹੀਰਾ ਸਿੰਘ ਜੀ ਰਾਗੀ ਨੇ ਵਾਕ ਲਿਆ ਤਾਂ ਗੁਰੂ ਮਹਾਰਾਜ ਦੇ ਇਹ ਪਾਵਨ ਬੋਲ ਅਸੀਸ ਵਜੋਂ ਨਿਕਲੇ। ਰਾਗ ਵਡਹੰਸ ਮਹੱਲਾ ਪੰਜਵਾ, ਸ਼ੰਤ ਘਰ ਚੌਥਾ। ਜੋ ਲੋੜੀ ਦੇ RAM ਸੇਵਕ ਸੇਈ ਕਾਂਡਿਆ, ਜੋ ਲੋੜੀ ਦੇ RAM ਸੇਵਕ ਸੇਈ ਕਾਂਡਿਆ। ਨਾਨਕ ਜਾਣੇ ਸਤ ਸਾਈ ਸੰਤ ਨ ਬਾਹਰਾ। ਇਹ ਪਾਵਨ ਵਾਕ ਪਾਵਨ ਅੰਗ 578 ਤੋਂ ਆਇਆ। ਗੁਰੂ ਸਦਾ ਅੰਗ ਸੰਗ ਹੈ। ਹੁਣ ਮੈਂ ਪਹਿਲਾਂ ਉਹ ਵਾਕ ਜੋ ਦਰਬਾਰ ਸਾਹਿਬ ਤੇ ਕੁਝ ਕਮੀਨੇ ਹਮਲੇ ਪਿੱਛੋਂ ਮਰਿਆਦਾ ਭੰਗ ਹੋਣ ਬਾਅਦ ਪਹਿਲੀ ਵਾਰ ਮਰਿਆਦਾ ਸਹਿਤ ਪ੍ਰਕਾਸ਼ ਕਰਨ ਵੇਲੇ ਲਿਆ ਗਿਆ ਲਿਖਣਾ ਹੈ, ਤਾਂ ਸਭ ਨੂੰ ਯਕੀਨ ਹੋਵੇ ਕਿ ਕਿਸੇ ਸਤਵੰਤ ਸਿੰਘ ਬੇਅੰਤ ਸਿੰਘ ਦਾ ਕਾਰਾ ਨਹੀਂ। ਬੇਅੰਤ ਨੇ ਸਭ ਖੇਲ ਰਚਿਆ ਸੀ। ਉਂਝ ਇਹ ਵੀ ਸੱਚ ਹੈ ਕਿ ਦਰਬਾਰ ਸਾਹਿਬ ਦੇ ਹਮਲੇ ਪਿੱਛੋਂ ਹਰ ਵੇਲੇ ਮੌਤ ਬੀਬੀ ਨੂੰ ਖੜੀ ਦਿਸਦੀ ਸੀ। ਉਸ ਦੀਆਂ ਹੱਥ ਲਿਖਤਾਂ ਗਵਾਹੀ ਦਿੰਦੀਆਂ ਹਨ। ਇੰਦਰਾ ਜੀ ਇੱਕ ਚਿੱਠੀ ਜੋ ਉਹਨਾਂ ਪੀੜੀ ਟੰਡਨ ਨੂੰ ਲਿਖੀ ਦੇ ਇਹ ਸ਼ਬਦ ਸਨ। ਉਹ ਲਿਖਦੀ ਹੈ, ਸਭ ਤਰਫ ਹਨੇਰਾ ਹੀ ਹਨੇਰਾ ਹੈ, ਪ੍ਰਕਾਸ਼ ਕੀ ਕੋਈ ਕਿਰਨ ਦਿਖਾਈ ਨਹੀਂ ਦੇਤੀ। ਉਸ ਦਿਨ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਵਾਕ ਸੀ। ਸੋਰਠ ਮਹੱਲਾ ਪੰਜਵਾ, ਘਰ ਪਹਿਲਾ ਤੇ ਤੁਕੇ।
किस हो जाची किस आराधी, जा सब को कीता होसी, जो जो दिसै ਵੱਡਾ ਵਡੇਰਾ, ਸੋ ਸੋ ਖਾਕੂ ਰਲਸੀ। ਇਹ ਪਾਵਨ ਅੰਗ ਇਹ ਪਾਵਨ ਸ਼ਬਦ ਜੋ ਹੁਕਮ ਪਾਵਨ ਅੰਗ 608 ਤੋਂ ਆਇਆ। ਫਿਰ ਜਦ ਭਾਣਾ ਵਰਤ ਗਿਆ ਤਾਂ ਸ੍ਰੀ ਹਰਿਮੰਦਰ ਸਾਹਿਬ ਤੋਂ ਆਵਾਜ਼ ਆਈ, ਸੋਰਠ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੀ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਉ, ਹਰਣਾ ਖਸਮਾਰ ਪਚਾਇਆ, ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ, ਮਨ ਮੁਖ ਭਰਮ ਭੁਲਾਇਆ। ਇਹ ਪਾਵਨ ਵਾਕ ਪਾਵਨ ਪਵਿੱਤਰ ਅੰਗ 637 ਤੋਂ ਆਇਆ। ਸ੍ਰੀ ਹਰਿਮੰਦਰ ਸਾਹਿਬ ਤੋਂ ਇਹ ਸ਼ਬਦ ਵੀ ਪੰਥ ਪਾਸ ਪੁੱਜ ਰਹੇ ਸਨ। ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇ ਸਾਹੂ, ਕੀਤੇ ਕਾਰਨ ਪਾਕੜੀ, ਕਾਲ ਨ ਟਲੈ ਸਿਰਾਹੂ। ਇਹ ਪਾਵਨ ਵਾਕ ਅੰਗ 55 ਤੋਂ ਭਾਣਾ ਵਰਤ ਜਾਣ ਉਪਰੰਤ ਜਦ ਬੇਦੋਸ਼ੀਆਂ ਘਰੀ ਬੈਠੇ ਰਾਹ ਜਾਂਦੇ, ਅਣਜਾਣ ਦੂਰ ਦਾ ਵਾਸਤਾ ਤੱਕ ਨਾ ਰੱਖੇ ਲੋਕਾਂ ਨੂੰ ਮਾਰਿਆ, ਸਾੜਿਆ, ਜਲਾਇਆ, ਭੁੰਨਿਆ, ਲੁੱਟਿਆ, ਕੁੱਟਿਆ, ਘਰੋਂ ਬੇਘਰ ਆਪਣਾ ਘਰ ਹੀ ਪਰਾਇਆ ਕੀਤਾ ਜਾ ਰਿਹਾ ਸੀ, ਤਾਂ ਉਧਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਸ੍ਰੀ ਹਰਿਮੰਦਰ ਸਾਹਿਬ ਤੋਂ ਆਗਿਆ ਕੂਚ ਕਰਨ ਦੀ ਹੋ ਰਹੀ ਸੀ। ਕਰਨਾ ਕੂਚ ਰਹਿਨ ਥਿਰ ਨਾਹੀ, ਨਾਲ ਚੇਤਾਵਨੀ ਸੀ, ਸੰਗ ਚਲਤ ਹੈ ਹਮ ਪੀ ਚਲਨਾ, ਦੂਰ ਗਵਨ ਸਿਰ ਉਪਰ ਮਰਨਾ, ਕਿਆ ਤੂੰ ਸੋਇਆ ਜਾਗ ਇਆਨਾ, ਤੈ ਜੀਵਨ ਜਗ ਸੱਚ ਕਰ ਜਾਨਾ। ਇਹ ਵਾਕ 4 ਨਵੰਬਰ 1984 ਨੂੰ ਆਇਆ ਸੀ। ਪਾਵਨ ਅੰਗ 793 ਤੋਂ ਆਇਆ ਸੀ। ਅਸਾਂ ਸੱਚਮੁੱਚ ਸਭ ਕੁਝ ਘਰ ਘਾਟ ਐਸ਼ ਇਸ਼ਰਤ ਧਨ ਕਮਾਈ ਕਰਨਾ ਹੀ ਸਮਝ ਲਿਆ ਸੀ। ਕਿਤਨਾ ਸੱਚ ਸਾਨੂੰ ਸੁਣਾਇਆ ਜਾ ਰਿਹਾ ਸੀ ਸੂਹੀ ਰਾਗ ਦੇ ਇਸ ਵਾਕ ਵਿੱਚ ਕਿ ਤੁਸੀਂ ਸਰੀਰਕ ਸੁੱਖਾਂ ਵਿੱਚ ਹੀ ਪਏ ਰਹੇ, ਸੁੱਖ ਸਨੇਹਾ ਤਾਂ ਤੁਹਾਨੂੰ ਵੇਲ ਨਾ ਮਿਲੀ, ਪੰਥ ਕਦਾ ਕਦੇ ਖਿਆਲ ਤੱਕ ਨਾ ਆਇਆ, ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦਹਿ ਦਿਸ ਅੰਧਿਆਰਾ। ਫਿਰ ਜਦ ਕੁਫਰ ਤੋਲ ਅਨੰਦਪੁਰ ਸਾਹਿਬ ਦਾ ਹਊਆ ਦਿਖਲਾ ਹਿੰਦੂਆਂ ਦੇ ਚੈਂਪੀਅਨ ਬਣ ਪਰਚੌਣੀ ਦੀ ਵੋਟ ਲੈ ਕਾਂਗਰਸ ਇੰਦਰਾ ਜਿੱਤ ਗਈ, ਤਾਂ ਸਭ ਪਾਸੇ ਇੱਕ ਸਨਾਟਾ ਸੀ, ਘਬਰਾਹਟ ਵਰਗੀ ਖਲਬਲੀ ਸੀ। ਹਰ ਕੋਈ ਕਹਿ ਰਿਹਾ ਸੀ ਕਿ ਕੌਣ ਸਾਨੂੰ ਇਨਸਾਫ ਦੇਵੇਗਾ, ਕੌਣ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਕਰੇਗਾ, ਕਿਉਂਕਿ ਦੋਸ਼ੀ ਹੀ ਕੁਰਸੀਆਂ ਤੇ ਬੈਠ ਗਏ ਹਨ। ਉਸ ਸਮੇਂ 29 ਦਸੰਬਰ 1984 ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਰੋਸ਼ਨੀ ਦਾ ਗੋਲਾ ਉੱਡਿਆ ਤੇ ਸਾਰੇ ਪਾਸੇ ਚਾਨਣ ਖਲੇਰ ਗਿਆ। ਉਸ ਦਿਨ ਹੁਕਮ ਸੀ ਕਿ ਲੋਕਾਂ ਕੋਲੋਂ ਤਾਂ ਤੂੰ ਝੂਠ ਬੋਲ ਬਚ ਨਿਕਲ ਵੀ ਜਾਏਗਾ, ਪਰ ਵਾਹਿਗੁਰੂ ਦੀ ਕਚਹਿਰੀ ਵਿੱਚੋਂ ਕਿਵੇਂ ਬਚੇਗਾ। ਹੁਕਮ ਸੀ, ਮਾਨਸਾ ਕਿਉ ਦੀਬਾਣੋ ਕੋਈ ਭੱਜ, ਮਾਨਸਾ ਕਿਉ ਦੀਬਾਣੋ ਕੋਈ ਨਸ ਭੱਜ ਨਿਕਲੈ, ਹਰ ਦੀਬਾਣੋ ਕੋਈ ਕਿੱਥੈ ਜਾਇਆ। ਸਾਨੂੰ ਸਮਝਾਇਆ ਜਾ ਰਿਹਾ ਸੀ, ਜਿਸ ਕੈ ਘਰ ਦੀਵਾਨ ਹਰ ਹੋਵੈ, ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ, ਤਿਸ ਕੋ ਤਲਕੀ ਕਿਸੈ ਦੀ ਨਾਹੀ, ਹਰ ਦੀਵਾਨ ਸਭ ਆਣ ਪੈਰੀ ਪਾਇਆ। ਇਹ ਵਾਕ ਪਾਵਨ ਅੰਗ 591 ਤੇ ਸੁਭਾਈਮਾਨ ਹੈ। ਇਹ ਵੀ ਹੁਕਮ ਹੋਏ ਇਸ ਪੌੜੀ ਦੇ ਸ਼ਲੋਕ ਵਿੱਚ
ਕਿ ਕੂੜੇ ਕੀ ਪਾਲ ਵਿੱਚੋਂ ਅਵਸ਼ ਨਿਕਲੇਗੀ ਅਤੇ ਸੱਚ ਵਸੇਗਾ। ਜਿਸ ਉਪਰੰਤ ਰਾਜੀਵ ਰਤਨ ਗਾਂਧੀ ਨੇ 5 ਜਨਵਰੀ 1995 ਨੂੰ 1985 ਨੂੰ ਜਿੱਥੇ ਹੋਰ ਬਾਤਾਂ ਪਾਈਆਂ, ਉੱਥੇ ਇੱਕ ਗੱਲ ਇਹ ਕਹੀ ਕਿ ਲੈ ਦੇ ਕੇ ਪੰਜਾਬ ਦਾ ਹੱਲ ਅਕਾਲੀਆਂ ਨੂੰ ਕੱਢਣਾ ਚਾਹੀਦਾ ਹੈ। ਅਗਲੇ ਦਿਨ ਧਨਾਸਰੀ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਨੇ ਖੂਬ ਚੋਟ ਕੀਤੀ ਕਿ ਹੈ ਕਿ ਸਾਡੇ ਪਾਸ ਜੋ ਅਸੀਂ ਦੇ ਦਈਏ, ਸਾਡੇ ਪਾਸ ਹੈ ਕਿ ਜੋ ਤੁਹਾਨੂੰ ਦੇ ਦਈਏ। ਕਿਹੜੀ ਚੀਜ਼ ਸਾਡੇ ਕੋਲ ਛੱਡੀ ਹੈ? ਦਿੱਲੀ ਸਰਕਾਰ ਨੇ ਪਾਣੀ ਤੇ ਉਸ ਦਾ ਕਬਜ਼ਾ ਹੈ, ਬਿਜਲੀ ਦਾ ਸਵਿੱਚ ਉਸ ਦੇ ਹੱਥ ਵਿੱਚ ਹੈ, ਇਲਾਕਿਆਂ ਤੇ ਪਹਿਲਾਂ ਹੀ ਉਸ ਦਾ ਅਧਿਕਾਰ। ਹੁਣ ਕੀ ਦਈਏ ਤੇ ਕੀ ਲਈਏ? ਜੇ ਤੂੰ ਕਿਸੇ ਨਾ ਦੇ ਹੀ ਮੇਰੇ ਸਾਹਿਬਾ, ਕਿਆ ਕੋ ਕੱਢੈ ਗਹਿਣਾ। ਪਰ ਨਾਲ ਹੀ ਹੁਕਮ ਸੀ ਕਿ ਜੇ ਕਪਟੀ ਕਪਟ ਕਮਾਣਾ ਛੱਡ ਗੱਲ ਕਰਨਾ ਚਾਹੇ ਤਾਂ ਇਨਕਾਰ ਨਾ ਕਰਨਾ, ਕਿਉਂਕਿ ਜਬ ਲਗ ਦੁਨੀਆ ਰਹੀਐ ਨਾਨਕ, ਕਿਛ ਸੁਣੀਐ ਕਿਛ ਕਹੀਐ। ਧੰਨ ਹਨ ਗੁਰੂ ਗ੍ਰੰਥ ਸਾਹਿਬ ਜੀ, ਜੋ ਸਾਡੇ ਅੰਗ ਸੰਗ ਰਹਿ ਸਾਡੀ ਅਗਵਾਈ ਕਰ ਰਹੇ ਹਨ ਔਰ ਸਾਨੂੰ ਤਾਲੀਮ ਦਿੰਦੇ ਆ ਰਹੇ ਹਨ, ਦਿੰਦੇ ਰਹਿਣਗੇ, ਕਿਉਂਕਿ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋ ਇੱਕ ਦੋਹਰਾ ਲਿਖਿਆ ਹੈ, ਕਾਹੂ ਕੋ ਭਰੋਸਾ ਹੈ ਜ਼ਮੀਨ ਕੋ ਜਮਾਨੇ बीच, काहू को भरोसा जोर चाकरी जहाज पे, काहू को भरोसा शाह पातशाह भारी मीत, काहू को भरोसो कुटुंबी करे काज पे, काहू को भरोसो देव बाणी अर पारसी को, काहू को भरोसा सतगिरी की मिजाज पे, काहू को भरोसा संतगिरी की मिजाज पे, काहू को भरोसो चार चातरी चलाकी चोख, ਮੋਕੋ ਤੋਂ ਭਰੋਸੋ ਇੱਕ ਗੁਰੂ ਗ੍ਰੰਥ ਮਹਾਰਾਜ ਪੈ। ਸਾਧ ਸੰਗਤ ਜੀ, ਸਾਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਗੁਰੂ ਗ੍ਰੰਥ ਦੇ ਲੜ ਲਾਇਆ ਹੈ। ਅਸੀਂ ਇੱਧਰ ਉੱਧਰ ਭਟਕ ਕੇ ਆਪਣੇ ਆਪ ਨਾਲ ਧੋਖਾ ਕਰਦੇ ਹਾਂ, ਆਪਣੇ ਆਪ ਨੂੰ ਨੀਵਾਂ ਕਰਦੇ ਹਾਂ ਔਰ ਗੁਰੂ ਦੀ ਨਿਗਾਹ ਵਿੱਚ, ਗੁਰੂ ਦੀ ਨਜ਼ਰ ਵਿੱਚ ਨੀਵੇਂ ਹੁੰਦੇ ਹਾਂ। ਗੁਰੂ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਤਾਂ ਉੱਚੇ ਵੱਲ ਜਾਵਾਂਗੇ ਤੇ ਉੱਚੇ ਹੋ ਜਾਵਾਂਗੇ। ਜੇਕਰ ਕੋਈ ਸੂਰਜ ਵੱਲ ਨੂੰ ਮੂੰਹ ਕਰਕੇ ਥੁੱਕੀ ਜਾਵੇ ਤੇ ਥੁੱਕ ਆਪਣੇ ਹੀ ਮੁੱਖ ਤੇ ਆਣ ਡਿੱਗਦਾ ਹੈ। ਸੂਰਜ ਨੂੰ ਕੋਈ ਘਾਟਾ ਨਫਾ ਨਹੀਂ ਹੁੰਦਾ। ਸਤਿਗੁਰੂ ਕਹਿੰਦੇ ਨਾ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਉਹ ਨਾ ਤੇ ਵੱਧਦਾ ਹੈ ਨਾ ਘਟਦਾ ਹੈ, ਤੇ ਸਤਿਗੁਰੂ ਫਿਰ ਸਿਫਤ ਕਿਉਂ ਕਰਨੀ ਹੈ ਜੇ ਉਹ ਵੱਧਦਾ ਘਟਦਾ ਨਹੀਂ। ਸਤਿਗੁਰੂ ਕਹਿੰਦੇ ਤੂੰ ਜ਼ਰੂਰ ਵੱਡਾ ਹੋ ਜਾਵੇਂਗਾ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ। ਸੋ ਆਓ, ਕਲਗੀਆਂ ਵਾਲੇ ਪਾਤਸ਼ਾਹ ਨੇ ਜੋ ਸਾਨੂੰ ਦੋਹਰਾ ਬਖਸ਼ਿਆ ਹੈ ਖਾਲਸੇ ਨੂੰ, ਉਹ ਦੋਹਰਾ ਅਸੀਂ ਗਾ ਕੇ ਪੜ੍ਹ ਕੇ ਸਰਵਣ ਕਰਨਾ ਕਰੀਏ। ਅਕਾਲ ਤਖਤ ਦੀ ਇਹ ਲਲਕਾਰ, ਸਾਬਤ ਸੂਰਤ ਸਿਰ ਦਸਤਾਰ, ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਰਹਿਣੀ ਰਹਿ ਸੋਈ ਸਿੱਖ ਮੇਰਾ, ਵਹ ਠਾकुर मैं उसका चेरा, पूजा अकाल की परचा शब्द का, दीदार खालसे का, किरत करो नाम जपो, वंड छको अमृत छको, ਸਿੰਘ ਸਜੋ ਨਸ਼ੇ ਛੱਡੋ, ਗੁਰਮੁਖੀ ਸਿੱਖੋ, ਗੁਰਮੁਖੀ ਲਿਖੋ, ਗੁਰਮੁਖੀ ਪੜ੍ਹੋ। ਸਾਧ ਸੰਗਤ ਜੀ, ਇਸ ਕਿਤਾਬ ਨੂੰ ਰਿਕਾਰਡ ਕਰਦਿਆਂ, ਇਸ ਕਿਤਾਬ ਨੂੰ ਪੜ੍ਹਦਿਆਂ, ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕਰਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਤਰੁੱਟੀਆਂ ਹੋ ਜਾਂਦੀਆਂ ਹਨ। ਆਪ ਸਾਧ ਸੰਗਤ ਜੀ ਨੇ ਬਖਸ਼ ਲੈਣਾ। ਬੁਲਾਓ ਸਾਰੇ ਗੱਜ ਵੱਜ ਕੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।